9th ਦਾ ਪੰਜਾਬੀ ਦਾ ਚੈਪਟਰ ਹੈ ਖੁਸ਼ੀਆਂ ਆਪੇ ਨਹੀਂ ਆਉਂਦੀਆਂ ਅਤੇ ਇਹ ਜਿਹੜਾ ਚੈਪਟਰ ਹੈ ਸਾਡਾ ਪਾਠ ਹੈ ਔਰ ਡਾਕਟਰ ਟੀ.ਆਰ. ਸ਼ਰਮਾ ਨੇ ਲਿਖਿਆ ਹੈ। ਸੋ ਡਾਕਟਰ ਟੀ.ਆਰ. ਸ਼ਰਮਾ ਯਾਨੀ ਰਾਈਟਰ ਬਾਰੇ ਪਹਿਲੇ ਥੋੜ੍ਹਾ ਜਿਹਾ ਪੜ੍ਹ ਲੈਂਦੇ ਹਾਂ। ਡਾਕਟਰ ਟੀ.ਆਰ. ਸ਼ਰਮਾ ਦਾ ਜਨਮ 25 ਜੁਲਾਈ 1925 ਈਸਵੀ ਨੂੰ ਪਿਤਾ ਪੰਡਿਤ ਕਿਸ਼ਨ ਚੰਦ ਅਤੇ ਮਾਤਾ ਰਤਨ ਦੇਵੀ ਦੇ ਘਰ ਟੈਕਸਿਲਾ ਜ਼ਿਲ੍ਹਾ ਰਾਵਲਪਿੰਡੀ ਪਾਕਿਸਤਾਨ ਵਿੱਚ ਹੋਇਆ। ਸੋ ਇਹਨਾਂ ਦੇ ਬਰਥ ਤੋਂ ਰਿਲੇਟਡ ਡਿਟੇਲਸ ਦਿੱਤੀਆਂ ਹੋਈਆਂ ਨੇ। ਡਾਕਟਰ ਟੀ.ਆਰ. ਸ਼ਰਮਾ ਪ੍ਰਸਿੱਧ ਸਿੱਖਿਆ ਸ਼ਾਸਤਰੀ ਸਨ। ਉਹ ਲੰਮਾ ਸਮਾਂ ਇੱਕ ਅਧਿਆਪਕ ਦੇ ਅਹੁਦੇ 'ਤੇ ਰਹੇ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਐਜੂਕੇਸ਼ਨ ਵਿਭਾਗ ਦੇ ਮੁਖੀ ਰਹੇ, ਯਾਨੀ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਉਹਨਾਂ ਨੇ ਕੰਮ ਕੀਤਾ। ਉਹ ਹੈੱਡ ਸੀਗੇ। ਡੀਨ ਵਜੋਂ ਸੇਵਾ ਮੁਕਤ ਹੋਏ, ਯਾਨੀ ਉਹਨਾਂ ਨੇ ਰਿਟਾਇਰਮੈਂਟ ਐਜ਼ ਅ ਡੀਨ ਲਿੱਤੀ। ਆਪ ਪੰਜਾਬੀ ਸਕੂਲ ਸਿੱਖਿਆ ਬੋਰਡ ਦੇ ਅਕੈਡਮਿਕ ਕੌਂਸਲ ਦੇ ਮੈਂਬਰ ਵੀ ਰਹੇ, ਯਾਨੀ ਐਜੂਕੇਸ਼ਨ ਵਿੱਚ ਪੰਜਾਬੀ ਦੇ ਇਹਨਾਂ ਦਾ ਬਹੁਤ ਇੰਪੋਰਟੈਂਟ ਰੋਲ ਰਿਹਾ ਹੈ। ਸੋ ਇਹਨਾਂ ਦਾ ਹੁਣ ਚੈਪਟਰ ਪੜ੍ਹਦੇ ਹਾਂ। ਖੁਸ਼ੀਆਂ ਆਪੇ ਨਹੀਂ ਆਉਂਦੀਆਂ। ਖੁਸ਼ੀਆਂ ਰੁੱਖਾਂ ਦੇ ਪੱਤੇ ਨਹੀਂ ਹਨ ਜੋ ਆਪੇ ਹੀ ਰੁੱਖਾਂ ਨੂੰ ਲੱਗ ਜਾਂਦੇ ਹਨ, ਨਾ ਹੀ ਉਹ ਗਰਮੀਆਂ ਜਾਂ ਸਰਦੀਆਂ ਦੇ ਮੌਸਮ ਹਨ ਜੋ ਆਪੇ ਹੀ ਆਪ ਮੋਹਰੇ ਆ ਜਾਂਦੇ ਹਨ। ਯਾਨੀ ਖੁਸ਼ੀਆਂ ਜਿਹੜੀਆਂ ਨੇ ਉਹ ਮੌਸਮ ਦੀ ਤਰ੍ਹਾਂ ਨਹੀਂ ਹੈ ਜੋ ਆਪਣੇ ਆਪ ਆ ਜਾਏਗੀ। ਜਿਵੇਂ ਮੌਸਮ ਨੂੰ ਸਾਨੂੰ ਬੁਲਾਉਣਾ ਨਹੀਂ ਪੈਂਦਾ, ਸਿਸਟਮ ਹੈ, ਇਨਵਾਇਰਮੈਂਟ ਦਾ ਸਾਈਕਲ ਹੈ, ਆਪਣੇ ਆਪ ਚੱਲਦਾ ਹੈ, ਉਵੇਂ ਹੀ ਖੁਸ਼ੀਆਂ ਨਹੀਂ ਚੱਲਦੀਆਂ। ਖੁਸ਼ੀਆਂ ਨੂੰ ਤਾਂ ਬੁਲਾਉਣਾ ਪੈਂਦਾ ਹੈ, ਹਾਕਾਂ ਮਾਰਨੀਆਂ ਪੈਂਦੀਆਂ ਹਨ, ਉਹਨਾਂ ਦੇ ਆਉਣ ਦਾ ਰਸਤਾ ਬਣਾਉਣਾ ਪੈਂਦਾ ਹੈ। ਯਾਨੀ ਖੁਸ਼ੀਆਂ ਨੂੰ ਤੁਹਾਨੂੰ ਸਪੈਸ਼ਲੀ ਬੁਲਾਉਣਾ ਪੈਂਦਾ ਹੈ, ਐਵੇਂ ਹੀ ਖੁਸ਼ੀਆਂ ਨਹੀਂ ਆਉਂਦੀ। ਉਹਨਾਂ ਦੇ ਆਉਣ ਦੀ ਤਿਆਰੀ ਕਰਨੀ ਪੈਂਦੀ ਹੈ। ਜਿਹੋ ਜਿਹੀ ਖੁਸ਼ੀ ਦੀ ਲੋੜ ਹੋਵੇ, ਮਿੰਟ 2 ਮਿੰਟ ਦੀ ਖੁਸ਼ੀ, ਨਿੱਕੀ ਜਾਂ ਵੱਡੀ ਖੁਸ਼ੀ, ਨਿੱਜੀ ਜਾਂ ਪਰਿਵਾਰਿਕ ਜਾਂ ਸਮੂਹਿਕ ਖੁਸ਼ੀ, ਦੁਨਿਆਵੀ ਜਾਂ ਰੂਹਾਨੀ ਖੁਸ਼ੀ, ਉਹ ਜਿਹੀ ਹੀ ਖੁਸ਼ੀ ਨੂੰ ਪ੍ਰਾਪਤ ਕਰਨ ਦਾ ਹੀਲਾ ਕਰਨਾ ਪੈਂਦਾ ਹੈ ਅਤੇ ਉਹ ਜਿਹਾ ਹੀ ਖੁਸ਼ੀ ਨੂੰ ਬੁਲਾ ਦੇਣਾ ਪੈਂਦਾ ਹੈ। ਯਾਨੀ ਤੁਹਾਨੂੰ ਕਿਸ ਤਰੀਕੇ ਦੀ ਹੈਪੀਨੈਸ ਚਾਹੀਏ, ਸ਼ਾਰਟ ਟਰਮ ਚਾਹੀਦੀ ਹੈ, ਲੌਂਗ ਟਰਮ ਚਾਹੀਦੀ ਹੈ, ਪਰਸਨਲ ਚਾਹੀਏ, ਫੈਮਿਲੀ ਚਾਹੀਏ, ਸੁਸਾਈਟਲ ਚਾਹੀਏ, ਜਿਸ ਵੀ ਤਰ੍ਹਾਂ ਦੀ ਤੁਹਾਨੂੰ ਖੁਸ਼ੀ ਚਾਹੀਦੀ ਹੈ ਤੁਹਾਨੂੰ ਉਹਨੂੰ ਬੁਲਾਉਣਾ ਪੈਂਦਾ ਹੈ। ਉਹਦੇ ਵਾਸਤੇ ਜਗ੍ਹਾ ਬਣਾਉਣੀ ਪੈਂਦੀ ਹੈ, ਉਹਦੇ ਵਾਸਤੇ ਰਸਤਾ ਬਣਾਉਣਾ ਪੈਂਦਾ। ਮਨੁੱਖ ਨੂੰ ਨਿੱਕੀਆਂ ਨਿੱਕੀਆਂ ਗੱਲਾਂ, ਨਿੱਕੇ ਨਿੱਕੇ ਰਿਸ਼ਤੇ ਹੀ ਵੱਡੀਆਂ ਵੱਡੀਆਂ ਖੁਸ਼ੀਆਂ ਦੇ ਸਕਦੇ ਹਨ। ਕਿਸੇ ਰੋਂਦੇ ਬੱਚੇ ਨੂੰ ਚੁੱਪ ਕਰਾਉਣ ਵਿੱਚ, ਕਿਸੇ ਲੋੜਵੰਦ ਮੰਗਤੇ ਨਾਲ ਪ੍ਰੇਮ ਨਾਲ ਗੱਲ ਕਰਨ ਵਿੱਚ, ਜਾਂ ਉਸ ਤੋਂ ਵੀ ਉਸ ਨੂੰ ਵਿੱਤੀ ਸਹਾਇਤਾ ਦੇਣ ਵਿੱਚ, ਕੁੱਤੇ ਨੂੰ ਰੋਟੀ ਦਾ ਟੁਕੜਾ ਪਾਉਣ ਵਿੱਚ, ਜਾਂ ਕੀੜੀਆਂ ਨੂੰ ਤਿਲ ਝੋਲੀ ਪਾਉਣ ਵਿੱਚ, ਕੋਈ ਬੂਟਾ ਜਾਂ ਪੌਦਾ ਲਾਉਣ ਵਿੱਚ, ਕਿਸੇ ਅਨਪੜ੍ਹ ਨੂੰ ਆਈ ਚਿੱਠੀ ਪੜ੍ਹਨ ਵਿੱਚ, ਜਾਂ ਕਿਸੇ ਦੀ ਅਰਜ਼ੀ ਦਾ ਖਰਚਾ ਤਿਆਰ ਕਰਨ ਵਿੱਚ, ਕਿਸੇ ਦੀ ਗੰਢ ਉਸ ਦੇ ਸਿਰ ਉੱਤੇ ਰੱਖਣ ਵਿੱਚ, ਉਸ ਦੀ ਸਹਾਇਤਾ ਕਰਨ ਵਿੱਚ, ਕਿਸੇ ਮਰੀਜ਼ ਦੀ ਦਵਾਈ ਲਿਆਉਣ ਵਿੱਚ, ਮੰਦਰ ਜਾਂ ਗੁਰਦੁਆਰੇ ਜਾਣ ਵਿੱਚ, ਰੱਬ ਦਾ ਨਾਂ ਲੈਣ ਵਿੱਚ, ਜਾਂ ਅਜਿਹਾ ਕੋਈ ਛੋਟਾ ਜਿੰਨਾ ਕੰਮ ਕਰਨ ਵਿੱਚ ਵੀ ਇੱਕ ਵਿਚਿੱਤਰ ਕਿਸਮ ਦੀ ਖੁਸ਼ੀ ਹੁੰਦੀ ਹੈ। ਅਜਿਹੀ ਖੁਸ਼ੀਆਂ ਨੂੰ ਪ੍ਰਾਪਤ ਕਰਨਾ ਔਖਾ ਨਹੀਂ ਹੁੰਦਾ। ਕਿਸੇ ਨੂੰ ਪ੍ਰਾਪਤ ਕਰਨਾ ਚਾਹੀਦਾ ਹੈ ਅਤੇ ਵਾਰ-ਵਾਰ ਪ੍ਰਾਪਤ ਕਰਨਾ ਚਾਹੀਦਾ ਹੈ। ਯਾਨੀ ਉਹ ਇਹ ਕਹਿ ਰਹੇ ਨੇ ਤੁਹਾਨੂੰ ਖੁਸ਼ੀਆਂ ਆਪੇ ਵੀ ਡਿਸਕਵਰ ਕਰਨੀਆਂ ਪੈਂਦੀਆਂ ਨੇ। ਜਿਵੇਂ ਕਿ ਤੁਸੀਂ ਕਿਸੇ ਕੁੱਤੇ ਨੂੰ ਰੋਟੀ ਪਾਓਗੇ, ਉਸ ਵਿੱਚ ਵੀ ਤੁਹਾਨੂੰ ਖੁਸ਼ੀ ਮਿਲ ਸਕਦੀ ਹੈ। ਕਿਸੇ ਅਨਪੜ੍ਹ ਬੰਦੇ ਦੀ ਸਹਾਇਤਾ ਕਰੋਗੇ, ਕਿਸੇ ਮਰੀਜ਼ ਨੂੰ ਦਵਾਈ ਲਿਆ ਕੇ ਦੇਵੋਗੇ, ਇਸ ਵਿੱਚ ਵੀ ਤੁਹਾਨੂੰ ਖੁਸ਼ੀ ਮਿਲੇਗੀ। ਠੀਕ ਹੈ ਨਾ। ਮਿੱਠਾ ਬੋਲਣਾ, ਬੱਚਿਆਂ ਦਾ ਆਦਰ ਕਰਨਾ, ਉਹਨਾਂ ਨਾਲ ਹੱਸ ਕੇ ਗੱਲ ਕਰਨਾ, ਉਹਨਾਂ ਨਾਲ ਖੇਡਣਾ, ਉਹਨਾਂ ਦੀਆਂ ਗੱਲਾਂ ਸੁਣਨਾ, ਉਹਨਾਂ ਦੇ ਪ੍ਰਸ਼ਨ ਦੇ ਉੱਤਰ ਦੇਣ ਵੀ ਖੁਸ਼ੀ ਪ੍ਰਾਪਤ ਕਰਨ ਦਾ ਸਾਧਨ ਹੈ। ਯਾਨੀ ਕਿਸੇ ਬੱਚੇ ਨੂੰ ਸਮਝਣਾ, ਉਹਦਾ ਆਦਰ ਕਰਨਾ, ਉਹਦੇ ਨਾਲ ਹੱਸ ਕੇ ਗੱਲ ਕਰਨਾ, ਇਸ ਵਿੱਚ ਵੀ ਤੁਹਾਨੂੰ ਜਿਹੜਾ ਨਾ ਖੁਸ਼ੀ ਪ੍ਰਾਪਤ ਹੋ ਸਕਦੀ ਹੈ। ਮੈਂ ਕਈ ਪਰਿਵਾਰਾਂ ਨੂੰ ਜਾਣਦਾ ਹਾਂ ਜਿਨ੍ਹਾਂ ਵਿੱਚ ਘੁੱਟਿਆ ਮਾਹੌਲ ਹੁੰਦਾ ਹੈ। ਮੂੰਹ ਸੁੱਜੇ ਹੀ ਰਹਿੰਦੇ ਹਨ। ਪਤੀ ਪਤਨੀ ਦਾ ਕਿਸੇ ਨਾ ਕਿਸੇ ਮਸਲੇ 'ਤੇ ਤਕਰਾਰ ਹੁੰਦਾ ਹੀ ਰਹਿੰਦਾ ਹੈ। ਅਜਿਹੇ ਬੰਦੇ ਆਪ ਤਾਂ ਪਰੇਸ਼ਾਨ ਹੁੰਦੇ ਹੀ ਹਨ, ਨਾਲ ਬੱਚਿਆਂ ਨੂੰ ਵੀ ਪਰੇਸ਼ਾਨ ਕਰਦੇ ਹਨ। ਨਾ ਉਹ ਚੱਜ ਨਾਲ ਚਾਹ ਪੀਂਦੇ ਹਨ, ਨਾ ਖਾਣਾ ਖਾਂਦੇ ਹਨ, ਨਾ ਕੱਪੜੇ ਪਾਉਂਦੇ ਹਨ, ਨਾ ਕੋਈ ਘਰ ਦਾ ਕੰਮ ਕਰ ਸਕਦੇ ਹਨ। ਗੁੱਸਾ ਹਮੇਸ਼ਾ ਮੂੰਹ ਹੱਥਾਂ ਹਰਕਤਾਂ, ਕੰਮ ਕਰਨ ਦੇ ਤਰੀਕੇ ਅਤੇ ਭਾਸ਼ਾ ਦੀ ਵਰਤੋਂ ਰਾਹੀਂ ਪ੍ਰਗਟ ਹੁੰਦਾ ਰਹਿੰਦਾ ਹੈ।
ਗੱਲ ਕੁਝ ਵੀ ਨਹੀਂ ਹੁੰਦੀ ਜੇ ਪਤੀ ਪਤਨੀ ਆਰਾਮ ਨਾਲ ਬਹਿ ਕੇ ਸ਼ਾਂਤੀ ਨਾਲ ਸਮੱਸਿਆ ਦਾ ਹੱਲ ਕਰ ਲੈਣ ਤਾਂ ਮਾਹੌਲ ਨੂੰ ਖੁਸ਼ਗਵਾਰ ਬਣਾਇਆ ਜਾ ਸਕਦਾ ਹੈ। ਹਾਸਿਆਂ ਅਤੇ ਖੁਸ਼ੀਆਂ ਨੂੰ ਬੁਲਾਇਆ ਜਾ ਸਕਦਾ ਹੈ। ਯਾਨੀ ਰਾਈਟਰ ਜਿਹੜਾ ਉਹ ਆਪਣਾ ਐਕਸਪੀਰੀਅੰਸ ਸ਼ੇਅਰ ਕਰਦਾ ਹੈ ਕਿ ਬਈ ਕਿਹੋ ਜਿਹੀ ਉਹਨਾਂ ਨੇ ਫੈਮਲੀਜ਼ ਦੇਖੀ ਹੈ ਜਿਸ ਵਿੱਚ ਲੋਕਾਂ ਦੇ ਮੂੰਹ ਸੁੱਜੇ ਹੋਏ ਨੇ, ਹਸਬੈਂਡ ਵਾਈਫ ਦੀ ਆਪਸ 'ਚ ਨਹੀਂ ਬਣਦੀ, ਉਹਨਾਂ ਦੀ ਬੋਡੀ ਲੈਂਗੁਏਜ, ਬੋਲਣ ਦੇ ਸਟਾਈਲ, ਸੁਭਾਅ ਨਾਲ ਹੀ ਪਤਾ ਚੱਲ ਜਾਂਦਾ ਹੈ ਕਿ ਉਹ ਲੋਕ ਖੁਸ਼ ਨਹੀਂ ਹਨ ਅਤੇ ਇਸ ਦਾ ਸਾਰਾ ਅਸਰ ਘਰ ਦੇ ਬੱਚਿਆਂ 'ਤੇ ਪੈਂਦਾ ਹੈ। ਕੋਈ ਵੀ ਇਨਸਾਨ ਮੁਸਕਰਾਉਣ ਜਾਂ ਹੱਸਦਾ ਪੈਦਾ ਨਹੀਂ ਹੁੰਦਾ, ਯਾਨੀ ਕੋਈ ਵੀ ਬੰਦਾ ਜਿਹੜਾ ਉਹ ਹੱਸਦਾ ਪੈਦਾ ਨਹੀਂ ਹੁੰਦਾ। ਹੱਸਣ ਅਤੇ ਮੁਸਕਰਾਉਣ ਦੀ ਆਦਤ ਪਾਣੀ ਪੈਂਦੀ ਹੈ। ਯਾਨੀ ਜਿਵੇਂ ਸਾਨੂੰ ਪਾਣੀ ਪੀਣ ਦੀ ਆਦਤ ਹੈ ਕਿਉਂਕਿ ਸਾਡੇ ਸਰੀਰ ਨੂੰ ਜ਼ਰੂਰਤ ਹੈ, ਉਸੇ ਪ੍ਰਕਾਰ ਸਾਨੂੰ ਹੱਸਣ ਦੀ ਵੀ ਆਦਤ ਪਾਣੀ ਚਾਹੀਦੀ ਹੈ ਅਤੇ ਇਹ ਆਦਤ ਪਾਈ ਜਾ ਸਕਦੀ ਹੈ। ਸਾਡੇ ਆਂਢ ਗੁਆਂਢ ਵਿੱਚ, ਦਫ਼ਤਰ, ਸਕੂਲ, ਕਾਰਖਾਨੇ ਆਦਿ ਵਿੱਚ ਕੁਝ ਕੁ ਬੰਦੇ ਜ਼ਰੂਰ ਮਿਲ ਜਾਂਦੇ ਹਨ ਜੋ ਹਮੇਸ਼ਾ ਹੀ ਖਿੜੇ ਰਹਿੰਦੇ ਹਨ। ਗੰਭੀਰ ਤੋਂ ਗਰੀਬ ਅੜਚਨ ਵੇਲੇ ਵੀ ਉਹਨਾਂ ਦੇ ਮੂੰਹ 'ਤੇ ਚਿੰਤਾ ਜਾਂ ਗਮ ਦੀਆਂ ਲਕੀਰਾਂ ਨਹੀਂ ਖਿੱਚੀਆਂ ਜਾਂਦੀਆਂ ਹਨ। ਇਹ ਵੀ ਅਚੰਭਾ ਹੀ ਜਾਪਦਾ ਹੈ ਕਿ ਉਹ ਹੱਸਦੇ ਖੇਡਦੇ ਹੀ ਔਕੜਾਂ ਦਾ ਹੱਲ ਕਰ ਲੈਂਦੇ ਹਨ। ਯਾਨੀ ਉਹ ਰਾਈਟਰ ਕਹਿੰਦਾ ਤੁਸੀਂ ਇਹੋ ਜਿਹੇ ਲੋਕ ਜ਼ਰੂਰ ਦੇਖੇ ਹੋਣਗੇ ਜਿਨ੍ਹਾਂ ਦੇ ਫੇਸ 'ਤੇ ਕਦੀ ਵੀ ਮੁਸਕਰਾਹਟ ਜਾਂਦੀ ਨਹੀਂ, ਮਤਲਬ ਸੈਡਨੈਸ ਕਦੀ ਆਉਂਦੀ ਨਹੀਂ। ਵੱਡੀ ਤੋਂ ਵੱਡੀ ਸਮੱਸਿਆ ਵੀ ਬੇਸ਼ੱਕ ਉਹਨਾਂ ਦੇ ਸਾਹਮਣੇ ਆ ਕੇ ਖੜੋ ਜਾਏ, ਉਹ ਲੋਕ ਆਪਣੇ ਹੱਸਣ ਤੋਂ, ਖੁਸ਼ ਹੋਣ ਤੋਂ ਟਸ ਤੋਂ ਮਸ ਨਹੀਂ ਹੁੰਦੇ ਤੇ ਚਿੰਤਾ ਜਾਂ ਗਮ ਦੀਆਂ ਲਕੀਰਾਂ ਨਹੀਂ ਖਿੱਚੀਆਂ ਜਾਂਦੀਆਂ। ਇਹ ਵੀ ਅਚੰਭਾ ਹੀ ਜਾਪਦਾ ਹੈ ਕਿ ਉਹ ਹੱਸਦੇ ਖੇਡਦੇ ਹੀ ਔਕੜਾਂ ਦਾ ਹੱਲ ਕਰ ਲੈਂਦੇ ਹਨ। ਉਹ ਜੰਮਦੇ ਹੀ ਅਜਿਹੇ ਨਹੀਂ ਸਨ। ਉਹਨਾਂ ਨੇ ਹੱਸਣ ਜਾਂ ਮੁਸਕਰਾਉਣ ਦੀ ਮੁਸੀਬਤਾਂ ਅਤੇ ਔਕੜਾਂ ਨਾਲ ਖਿੜੇ ਮੱਥੇ ਕੁੱਲਣ ਦੀ ਆਦਤ ਪਾਈ ਹੁੰਦੀ ਹੈ। ਉਹਨਾਂ ਕੋਲ ਢੇਰ ਸਾਰੇ ਲਤੀਫੇ ਹੁੰਦੇ ਹਨ, ਬਹੁਤ ਸਾਰੇ ਸ਼ੇਰ ਹੁੰਦੇ ਹਨ, ਕਈ ਨਿੱਕੀਆਂ ਨਿੱਕੀਆਂ ਹਾਸੇ ਦੀਆਂ ਫੁਲਕੜੀਆਂ ਹੁੰਦੀਆਂ ਹਨ ਜਿਨ੍ਹਾਂ ਦੀ ਉਹ ਅਕਸਰ ਵਰਤੋਂ ਕਰਦੇ ਰਹਿੰਦੇ ਹਨ। ਉਹਨਾਂ ਵੱਲ ਵੇਖ ਕੇ ਭੁਲੇਖਾ ਪੈਂਦਾ ਹੈ ਕਿ ਇਹਨਾਂ ਨੂੰ ਕਦੇ ਕੋਈ ਮੁਸੀਬਤ ਆਉਂਦੀ ਹੀ ਨਹੀਂ, ਕੋਈ ਵੀ ਔਕੜ ਦਾ ਇਹ ਸਾਹਮਣਾ ਹੀ ਨਹੀਂ ਕਰਦੇ, ਇਸ ਕਰਕੇ ਇਹ ਹਮੇਸ਼ਾ ਖੁਸ਼ ਰਹਿੰਦੇ ਹਨ। ਨਹੀਂ, ਗੱਲ ਇਉਂ ਨਹੀਂ ਹੁੰਦੀ। ਮੁਸੀਬਤ ਇਹਨਾਂ ਨੂੰ ਵੀ ਪੈਂਦੀ ਹੈ, ਬਿਜਲੀਆਂ ਇਹਨਾਂ ਉੱਤੇ ਵੀ ਗਿਰਦੀਆਂ ਹਨ, ਪਰ ਇਹ ਘਬਰਾਉਂਦੇ ਨਹੀਂ, ਰੋਣ ਪਿੱਟਣ ਨਹੀਂ ਬਹਿ ਜਾਂਦੇ, ਸਗੋਂ ਹੱਸਦੇ ਖੇਡਦੇ ਗੰਢਾਂ ਖੋਲ੍ਹ ਲੈਂਦੇ ਹਨ। ਹਰ ਬਸ਼ਰ ਅਜਿਹਾ ਕਰ ਸਕਦਾ ਹੈ, ਬਸ ਥੋੜ੍ਹਾ ਜਿੰਨਾ ਸੋਚ ਅਤੇ ਯੋਜਬੰਦੀ ਨਾਲ ਕੰਮ ਲੈਣ ਦੀ ਲੋੜ ਹੈ। ਸੋ ਰਾਈਟਰ ਇਸ ਪੈਰਾਗ੍ਰਾਫ 'ਚ ਉਨ ਲੋਕਾਂ 'ਤੇ ਫੋਕਸ ਪਾ ਰਿਹਾ ਹੈ ਕਿ ਜਿਹੜੇ ਹਮੇਸ਼ਾ ਖੁਸ਼ ਰਹਿੰਦੇ ਨੇ ਅਤੇ ਖੁਸ਼ੀ ਵਿੱਚ ਹੀ ਆਪਣੀ ਜਿਹੜੀ ਪ੍ਰੋਬਲਮ ਹੈ ਉਹਦਾ ਸਲਿਊਸ਼ਨ ਜਿਹੜਾ ਕੱਢ ਲੈਂਦੇ ਨੇ। ਸਾਡੇ ਵੱਡੇ ਵਡੇਰਿਆਂ ਨੇ ਘਰਾਂ, ਪਰਿਵਾਰਾਂ ਅਤੇ ਸਮਾਜ ਵਿੱਚ ਖੁਸ਼ੀਆਂ ਨੂੰ ਸੱਦਾ ਦੇਣ ਦੇ ਕਈ ਢੰਗ ਕੱਢੇ ਹੋਏ ਹਨ। ਉਹਨਾਂ ਵਿੱਚੋਂ ਕੁਝ ਕੁ ਰਸਮਾਂ, ਰੀਤਾਂ, ਮੇਲਿਆਂ, ਸਮਾਗਮਾਂ, ਸਮਾਜਿਕ ਤੇ ਧਾਰਮਿਕ ਤਿਉਹਾਰਾਂ ਦੇ ਰੂਪ ਵਿੱਚ ਅੱਜ ਤੱਕ ਤੁਰੇ ਆ ਰਹੇ ਹਨ। ਵਿਆਹ ਸ਼ਾਦੀ ਦੇ ਮੌਕੇ ਨਵੇਂ ਕੱਪੜੇ ਸਵਾਉਣਾ, ਗਹਿਣਾ ਖਰੀਦਣਾ, ਸਿੱਠਣੀਆਂ ਖਾਣੀਆਂ ਤੇ ਵੰਡਣੀਆਂ, ਗਰੀਬ ਗਰੂਬੇ ਦੇ ਦਾਨ ਦੇਣੇ, ਧਿਆਣੀਆਂ ਪੂਜਣੀਆਂ, ਮੰਦਰਾਂ, ਸਕੂਲਾਂ, ਧਰਮਸ਼ਾਲਾਵਾਂ ਦੇ ਦਾਨ ਦੇਣੇ, ਨਲਕੇ, ਖੂਹ ਆਦਿ ਲਗਵਾਉਣੇ ਸਾਰੇ ਹੀ ਖੁਸ਼ੀ ਦੇ ਸਾਧਨ ਹਨ। ਜਨਮ ਦਿਹਾੜੇ, ਦਸਤਾਰ ਪੇਸ਼ੀ, ਜਨੇਊ ਪਾਉਣ ਦੀ ਰਸਮ, ਸਕੂਲ ਪੜ੍ਹਾਉਣ ਦੀ ਰਸਮ, ਸ਼ਾਦੀ ਦੀ ਐਨੀਵਰਸਰੀ, ਨੌਕਰੀ ਵਿੱਚ ਤਰੱਕੀ, ਮਕਾਨ ਦੀ ਚੱਟ, ਭਾਈ ਦੂਜ, ਰੱਖੜੀ, ਜਨਮਾਸ਼ਟਮੀ, ਗੁਰਪੁਰਬ, ਦੁਸ਼ਹਿਰਾ, ਦੀਵਾਲੀ ਆਦਿ ਸਾਰੇ ਹੀ ਖੁਸ਼ ਪ੍ਰਾਪਤੀ ਦੇ ਵਸੀਲੇ ਹਨ। ਆਧੁਨਿਕ ਸਮੇਂ ਨੇ ਅਜਿਹੇ ਮੌਕਿਆਂ ਵਿੱਚ ਆਜ਼ਾਦੀ ਦਿਵਸ, ਗਣਤੰਤਰ ਦਿਵਸ, ਬਾਲ ਦਿਵਸ, ਅਧਿਆਪਕ ਦਿਵਸ, ਮਾਪਾ ਦਿਵਸ, ਮਾਂ ਦਿਵਸ, ਪਿਤਾ ਦਿਵਸ, ਮਜ਼ਦੂਰ ਦਿਵਸ, ਧਰਤੀ ਦਿਵਸ ਆਦਿ ਦੇ ਜੋੜ ਦਿੱਤੇ ਹਨ। ਇਹ ਸਾਰੇ ਖੁਸ਼ੀ ਦੇ ਮੌਕੇ ਹਨ, ਇਹਨਾਂ ਤੋਂ ਇਸ ਤਰ੍ਹਾਂ ਹੀ ਮਨਾਉਣਾ ਚਾਹੀਦਾ। ਯਾਨੀ ਰਾਈਟਰ ਕੀ ਕਹਿਣਾ ਚਾਹ ਰਿਹਾ ਹੈ
कि पहले टाइम ते साडे वड्डे वडेरियां ने फैसटिवल्स क्यों इन्वेंट किए, अलग अलग रस्मां क्यों पाईयां, क्यों? क्योंकि फैसटिवल्स और रस्मां ਜਿਹੜੀਆਂ ਨੇ ਉਹ ਖੁਸ਼ੀ ਦਾ ਇੱਕ ਸਰੋਤ ਹੈ ਉਹਨਾਂ ਨੂੰ ਵੈਲਕਮ ਕਰਨ ਦਾ। ਜਿਵੇਂ ਗੁਰਪੁਰਬ ਹੈ, ਦਸਤਾਰਬੰਦੀ ਹੈ, ਮੈਰਿਜ ਐਨੀਵਰਸਰੀ ਹੈ। ਅਤੇ ਆਧੁਨਿਕ ਸਮੇਂ ਵਿੱਚ ਸਾਡੇ ਕੋਲ ਵੱਖ-ਵੱਖ ਦਿਵਸ ਆ ਗਏ ਨੇ, ਜਿਵੇਂ ਬਾਲ ਦਿਵਸ, ਜਿਵੇਂ ਮਦਰਸ ਡੇ, ਫਾਦਰਸ ਡੇ। ਇਹ ਸਭ ਕੀ ਹੈ? ਖੁਸ਼ੀਆਂ ਨੂੰ ਬੁਲਾਉਣ ਦਾ, ਖੁਸ਼ ਹੋਣ ਦਾ ਤਰੀਕਾ। ਪਤੀ ਪਤਨੀ ਦੇ ਕੰਮ ਵਿੱਚ ਹੱਥ ਵਟਾਉਣਾ, ਦੂਜੀ ਤੀਜੀ ਵਿੱਚ ਪੜ੍ਹਨ ਬੱਚੇ ਨੂੰ ਇਨਾਮ ਮਿਲਣਾ, ਕਿਸੇ ਪਿਆਰੇ ਦੀ ਚਿੱਠੀ ਦਾ ਕੋਈ ਵਰ੍ਹਿਆਂ ਤੋਂ ਬਾਅਦ ਅਚਾਨਕ ਆ ਜਾਣਾ, ਗਰਮੀ ਦੇ ਮੌਸਮ ਵਿੱਚ ਮੀਂਹ ਪੈਣਾ ਸ਼ੁਰੂ ਹੋ ਜਾਣਾ, ਗੁਆਂਢੀਆਂ ਵੱਲੋਂ ਅਖੰਡ ਪਾਠ ਕਰਾਉਣ ਜਾਂ ਧੀ ਦਾ ਵਿਆਹ ਰੱਖਿਆ ਜਾਣ ਆਦਿ ਵੀ ਖੁਸ਼ੀ ਦੇ ਮੌਕੇ ਹਨ। ਇਹਨਾਂ ਵਿੱਚ ਗੱਜ ਵੱਜ ਕੇ ਸ਼ਿਰਕਤ ਕਰਨੀ ਚਾਹੀਦੀ ਹੈ। ਯਾਨੀ ਛੋਟੀ ਤੋਂ ਛੋਟੀ ਚੀਜ਼ਾਂ ਵਿੱਚ ਖੁਸ਼ੀ ਹੈ। ਜਿਵੇਂ ਜਿਵੇਂ ਤੁਹਾਡੇ ਪੜੋਸੀਆਂ ਨੇ ਜੇ ਅਖੰਡ ਪਾਠ ਵੀ ਰਖਾਇਆ, ਉਸ 'ਚ ਵੀ ਖੁਸ਼ੀ ਹੈ। ਜਾਂ ਜਿਵੇਂ ਅੱਜ ਬਹੁਤ ਗਰਮੀ ਹੈ ਅਤੇ ਅਚਾਨਕ ਨਾਲ ਮੀਂਹ ਵਰਸਣ ਲੱਗ ਪੈਂਦੇ ਬਾਰਿਸ਼ ਸ਼ੁਰੂ ਹੋ ਜਾਂਦੀ ਹੈ, ਉਸ 'ਚ ਵੀ ਤੁਹਾਨੂੰ ਖੁਸ਼ੀ ਹੈ, ਤੁਹਾਨੂੰ ਖੁਸ਼ੀ ਲੱਭਣੀ ਚਾਹੀਦੀ ਹੈ। ਜਿਹੜੀਆਂ ਖੁਸ਼ੀਆਂ ਨੂੰ ਸੱਦਾ ਦੇਣਾ ਜਾਣਦੇ ਹਨ ਉਹ ਆਂਢ ਗੁਆਂਢ ਵਿੱਚ ਮਨਾਈ ਜਾ ਰਹੀ ਕਿਸੇ ਵੀ ਖੁਸ਼ੀ ਵਿੱਚ ਸ਼ਾਮਿਲ ਹੋ ਜਾਂਦੇ ਹਨ। ਸ਼ਾਮਿਲ ਹੀ ਨਹੀਂ ਹੁੰਦੇ, ਭੰਗੜੇ ਵੀ ਪਾਉਣ ਲੱਗ ਪੈਂਦੇ। ਯਾਨੀ ਜਿਨ੍ਹਾਂ ਲੋਕਾਂ ਨੂੰ ਆਦਤ ਹੁੰਦੀ ਹੈ ਖੁਸ਼ੀ ਮਨਾਉਣ ਦੀ, ਅਤੇ ਉਹ ਗੁਆਂਢੀਆਂ ਦੇ ਕੰਮਾਂ ਵਿੱਚ ਵੀ ਇੰਜੋਏ ਕਰਦੇ ਨੇ ਅਤੇ ਉਸ 'ਚ ਇੰਜੋਏ ਨਹੀਂ ਕਰਦੇ, ਭੰਗੜੇ ਵੀ ਪਾ ਆਉਂਦੇ ਨੇ। ਕਿਸੇ ਬੁਰੀ ਆਦਤ ਨੂੰ ਛੱਡ ਦੇਣਾ ਵੀ ਖੁਸ਼ੀ ਮਨਾਉਣ ਦਾ ਮੌਕਾ ਹੈ। ਯਾਨੀ ਤੁਹਾਨੂੰ ਕੋਈ ਬੁਰੀ ਆਦਤ ਹੈ, ਉਸਨੂੰ ਜੇ ਤੁਸੀਂ ਛੱਡ ਦਿਓ, ਉਹ ਆਦਤ ਨੂੰ ਕੁਇਟ ਕਰ ਦਿਓ, ਉਸ 'ਚ ਵੀ ਤੁਹਾਨੂੰ ਖੁਸ਼ੀ ਹੀ ਹੈ। ਜਿਸ ਨੂੰ ਨਸ਼ੇ ਕਰਨ ਦੀ, ਝੂਠ ਬੋਲਣ ਦੀ, ਰਿਸ਼ਵਤ ਲੈਣ ਦੀ, ਚੁਗਲੀ ਕਰਨ ਦੀ, ਗੁਮਨਾਮ ਸ਼ਿਕਾਇਤ ਕਰਨ ਦੀ, ਪਿੱਠ ਪਿੱਛੇ ਨਿੰਦਾ ਕਰਨ ਦੀ, ਗਾਲਾਂ ਕੱਢਣ ਦੀ, ਗੁੱਸਾ ਕਰਨ ਦੀ ਜਾਂ ਇਸ ਤਰ੍ਹਾਂ ਦੀ ਕੋਈ ਵੀ ਭੈੜੀ ਆਦਤ ਹੋਵੇ, ਉਸਨੂੰ ਉਦੋਂ ਬੜੀ ਹੀ ਖੁਸ਼ੀ ਪ੍ਰਾਪਤ ਹੁੰਦੀ ਹੈ ਜਦੋਂ ਉਹ ਅਜਿਹੀ ਬੁਰੀ ਆਦਤ ਦਾ ਤਿਆਗ ਕਰ ਦਿੰਦਾ ਹੈ। ਖੁਸ਼ੀ ਪ੍ਰਾਪਤ ਕਰਨ ਦਾ ਇਹ ਵੀ ਅਨਮੋਲ ਢੰਗ ਹੈ। ਯਾਨੀ ਕਿ ਜੇ ਕਿਸੇ ਨੂੰ ਨਸ਼ੇ ਕਰਨ ਦੀ ਆਦਤ ਹੈ, ਝੂਠ ਬੋਲਣ ਦੀ ਆਦਤ ਹੈ, ਅਤੇ ਜੇ ਉਸ ਬੰਦੇ ਦੀ ਆਦਤ ਸੁਧਰ ਜਾਂਦੀ ਹੈ, ਇਹ ਵੀ ਇੱਕ ਖੁਸ਼ੀ ਦਾ ਸਰੋਤ ਹੈ। ਇਨਸਾਨ ਨੂੰ ਖੁਸ਼ੀ ਖਿਮਾ ਕਰਨ ਨਾਲ, ਖਿਮਾ ਮੰਗਣ ਨਾਲ, ਆਪਣਾ ਦੇਸ਼ ਕਬੂਲ ਕਰਨ ਨਾਲ ਵੀ ਮਿਲਦੀ ਹੈ। ਜੇ ਤੁਸੀਂ ਪਾਪ, ਗੁਨਾਹ ਜਾਂ ਅਪਰਾਧ ਕੀਤੇ ਹੈ ਜਿਸ ਦਾ ਕਿਸੇ ਨੂੰ ਨੁਕਸਾਨ ਹੋਇਆ ਹੈ, ਪਰ ਤੁਹਾਡੇ ਗੁਨਾਹ ਪਕੜਿਆ ਨਹੀਂ ਗਿਆ ਜਾਂ ਤੁਹਾਡੇ ਮਨ ਦੇ ਬੋਝ ਰਹੇਗਾ, ਤੁਸੀਂ ਕਦੇ ਵੀ ਪੂਰੇ ਤੌਰ 'ਤੇ ਖੁਸ਼ ਨਹੀਂ ਸਕੋਗੇ। ਖੁਸ਼ੀ ਪ੍ਰਾਪਤ ਕਰਨ ਦਾ ਢੰਗ ਹੈ ਆਪਣਾ ਗੁਨਾਹ ਕਬੂਲ ਕਰ ਲੈਣਾ, ਆਪਣੇ ਦੁਸ਼ਮਣ ਨੂੰ ਜਾਂ ਜਿਸ ਨੂੰ ਤੁਸੀਂ ਨੁਕਸਾਨ ਪਹੁੰਚਾਇਆ ਹੈ ਉਸ ਤੋਂ ਮਾਫ਼ੀ ਮੰਗ ਲੈਣ ਅਤੇ ਜੋ ਹੋ ਸਕੇ ਨੁਕਸਾਨ ਦੀ ਭਰਪਾਈ ਕਰ ਲੈਣ। ਯਾਨੀ ਐਜ਼ ਅ ਇਨਸਾਨ ਜੇ ਤੁਹਾਡੇ ਕੋਲ ਕੋਈ ਗਲਤੀ ਵੀ ਹੋ ਜਾਂਦੀ ਹੈ ਅਤੇ ਜੇ ਤੁਸੀਂ ਉਸਦੀ ਗਲਤੀ ਨੂੰ ਅਸੈਪਟ ਕਰ ਲਓ, ਉਸ ਵਿੱਚ ਵੀ ਤੁਹਾਨੂੰ ਖੁਸ਼ੀ ਹੋਣੀ ਚਾਹੀਦੀ ਹੈ। ਯਾਨੀ ਜਿਸ ਦਾ ਜੋ ਨੁਕਸਾਨ ਹੋਇਆ ਹੈ ਉਹ ਫੁਲਫਿਲ ਕਰ ਦਿਓ, ਬਜਾਏ ਕਿ ਝੂਠ ਬੋਲਣ ਦੇ ਜਾਂ ਉਸ ਤੋਂ ਭੱਜਣ ਦੇ। ਅਜਿਹੀ ਖੁਸ਼ੀ ਕਿਸੇ ਵੇਲੇ ਕਿਤੇ ਗੁਨਾਹ, ਅਪਰਾਧ ਜਾਂ ਪਾਪ ਨੂੰ ਖਿਮਾ ਕਰਨ ਨਾਲ ਵੀ ਮਿਲਦੀ ਹੈ। ਦੋਸ਼ੀ ਨੂੰ ਖਿਮਾ ਕਰਨਾ ਬੜੇ ਪੁੰਨ ਦਾ ਕੰਮ ਹੁੰਦਾ ਹੈ। ਯਾਨੀ ਕਿਸੇ ਨੂੰ ਮਾफ़ ਕਰਨਾ ਜਾਂ ਕਿਸੇ ਤੋਂ ਮਾफ़ੀ ਮੰਗਣਾ ਵੀ ਬਹੁਤ ਵੱਡੀ ਗੱਲ ਹੈ। ਉਸ ਦੇ ਮਨ ਦਾ ਭਾਰ ਤਾਂ ਹੌਲਾ ਹੁੰਦਾ ਹੀ ਹੈ, ਪਰ ਖਿਮਾ ਕਾਰਨ ਖੁਸ਼ੀ ਵੀ ਪ੍ਰਾਪਤ ਹੁੰਦੀ ਹੈ। ਯਾਨੀ ਜੇ ਕੋਈ ਕਨਫੈਸ ਕਰਦਾ ਤੁਹਾਡੇ ਸਾਹਮਣੇ ਅਤੇ ਕੀ ਹੁੰਦਾ, ਉਸਦੇ ਮਨ ਦਾ ਭਾਰ ਹੌਲਾ ਹੁੰਦਾ ਹੈ, ਅਤੇ ਜੇ ਉਸ ਬੰਦੇ ਨੂੰ ਤੁਸੀਂ ਮਾफ़ ਕਰ ਦਿਓ ਤਾਂ ਤੁਹਾਨੂੰ ਹੋਰ ਖੁਸ਼ੀ ਹੋਏਗੀ ਅਤੇ ਸਾਹਮਣੇ ਵਾਲੇ ਬੰਦੇ ਨੂੰ ਵੀ ਖੁਸ਼ੀ ਹੋਏਗੀ। ਇਹ ਉੱਚੀ ਅਤੇ ਦਾਇਮੀ ਕਿਸਮ ਦੀ ਖੁਸ਼ੀ ਹੁੰਦੀ ਹੈ ਜਿਸ ਨੂੰ ਤੁਸੀਂ ਅੱਜ ਤੱਕ ਦੁਸ਼ਮਣ ਸਮਝਦੇ ਆਏ ਹੋ, ਜਿਸ ਨਾਲ ਅਣਬੋਲਣਾ ਪਾਇਆ ਹੋਇਆ ਹੈ, ਜਿਸ ਨਾਲ ਤੁਸੀਂ ਨਫ਼ਰਤ ਕਰਦੇ ਹੋ, ਜੇ ਉਸ ਨਾਲ ਸਲਾਹ ਕਰ ਲਵੋ, ਦੁਸ਼ਮਣੀ ਅਤੇ ਨਫ਼ਰਤ ਨੂੰ ਭੁਲਾ ਦਿਓ, ਉਸ ਦੇ ਕਸੂਰ ਨੂੰ ਭੁੱਲ ਜਾਵੇ, ਉਹ ਨਾ ਵੀ ਮਾਫ਼ੀ ਮੰਗੇ ਤਾਂ ਵੀ ਮਾਫ਼ ਕਰ ਦਿਓ, ਇਹ ਵੀ ਬਹੁਤ ਵੱਡੀ ਖੁਸ਼ੀ ਦਾ ਕਾਰਨ ਬਣ ਸਕਦਾ ਹੈ। ਬਹੁਤ ਸਿੰਪਲ ਤਰੀਕੇ ਨਾਲ ਕਿਹਾ ਹੋਇਆ ਕਿ
ਜੇ ਕੋਈ ਮਾफ़ी ਮੰਗਣ ਆਇਆ ਤੇ ਮਾफ़ी ਕਰ ਦਿਓ, ਕੋਈ ਵੱਡਾ ਛੋਟਾ ਨਹੀਂ ਹੁੰਦਾ ਅਤੇ ਇਹ ਵੀ ਖੁਸ਼ੀ ਦਾ ਇੱਕ ਤਰੀਕਾ ਹੈ। ਆਪਣੇ ਨਿੱਕੀਆਂ ਨਿੱਕੀਆਂ ਜਿੱਦਾਂ ਜਿਨ੍ਹਾਂ ਨੂੰ ਤੁਸੀਂ ਅਸੂਲਾਂ ਦਾ ਨਾਂ ਦਿੰਦੇ ਹੋ, ਜੇ ਉਸ ਕਿਸੇ ਦੀ ਖੁਸ਼ੀ ਦਾ ਅੜਚਨ ਬਣਦੇ ਹਨ, ਉਹਨਾਂ ਦਾ ਤਿਆਗ ਦੀ ਖੁਸ਼ੀ ਦਾ ਸਬਬ ਬਣ ਸਕਦਾ ਹੈ। ਅਜਿਹਾ ਤਿਆਗ ਕਰਨਾ ਚਾਹੀਦਾ ਹੈ। ਯਾਨੀ ਜੋ ਤੁਹਾਡੀ ਛੋਟੀ ਛੋਟੀ ਆਦਤਾਂ ਨੇ, ਜੋ ਤੁਹਾਡੀ ਈਗੋ 'ਤੇ ਆ ਜਾਂਦੀਆਂ ਨੇ, ਅਤੇ ਜੇ ਉਸ ਆਦਤਾਂ ਨਾਲ ਕਿਸੇ ਨੂੰ ਕੋਈ ਨੁਕਸਾਨ ਹੁੰਦਾ ਹੈ ਤਾਂ ਤੁਸੀਂ ਆਪਣੀ ਆਦਤਾਂ ਉੱਥੇ ਹੀ ਰੋਕ ਦਿਓ ਅਤੇ ਖੁਸ਼ੀ ਵੱਲ ਤੁਰ ਪਓ। ਮੇਰੀ ਗੱਲ, ਮੇਰੀ ਇੱਜ਼ਤ, ਮੇਰਾ ਕਮਰਾ, ਮੇਰੀ ਸੋਟੀ, ਮੇਰੀ ਚਾਹ, ਮੇਰੀਆਂ ਚੀਜ਼ਾਂ ਆਦਿ ਬੰਧਨ ਦਾ ਪ੍ਰਤੀਕ ਹਨ। ਅਜਿਹੀ ਮੈਂ ਖੁਸ਼ੀਆਂ ਦੇ ਪੈਦਾ ਹੋਣ ਵਿੱਚ ਰੁਕਾਵਟ ਦਾ ਕਾਰਨ ਬਣਦੀ ਹੈ। ਯਾਨੀ ਜਿੱਥੇ ਮੈਂ ਆ ਜਾਏਗੀ, ਮੇਰਾ ਹੈ ਸਭ ਕੁਝ, ਮੈਂ ਜੋ ਕੁਝ ਹਾਂ, ਉਹ ਖੁਸ਼ੀਆਂ ਨੂੰ ਈਜ਼ੀਲੀ ਤੁਹਾਡੀ ਲਾਈਫ 'ਚ ਨਹੀਂ ਆਉਣ ਦੇਗੀ। ਇਸ ਹਉਮੈ ਦਾ ਤਿਆਗ ਰੂਹਾਨੀ ਖੁਸ਼ੀ ਦਾ ਜੀਣਾ ਬਣ ਸਕਦਾ ਹੈ। ਸਹਿਯੋਗ ਅਤੇ ਤਿਆਗ ਮੁਕਾਬਲੇ ਨਾਲੋਂ ਹਜ਼ਾਰਾਂ ਦਰਜੇ ਉੱਚਾ ਸੰਕਲਪ ਹੈ। ਛੋਟੇ ਛੋਟੇ ਤਿਆਗ, ਨਿੱਕੀਆਂ ਨਿੱਕੀਆਂ ਮਾਫੀਆਂ, ਨਜ਼ਰ ਅੰਦਾਜ਼ੀਆਂ ਮਨੁੱਖ ਨੂੰ ਬੇਪਨਾਹ ਖੁਸ਼ੀ ਦੇ ਸਕਦੀਆਂ ਹਨ। ਬਹੁਤ ਵਾਰ ਵੇਖ ਕੇ ਅਣਦੇਖੀ ਕਰਨਾ, ਸੁਣ ਕੇ ਅਣਸੁਣੀ ਕਰਨਾ, ਅਹਿਸਾਨ ਕਰਕੇ ਭੁੱਲ ਜਾਣਾ, ਨੇਕੀ ਕਰਕੇ ਉਸ ਦੀ ਯਾਦ ਮਿਟਾ ਦੇਣਾ, ਅਧੀਨਗੀ ਅਤੇ ਨਿਮਰਤਾ ਅਪਣਾਉਣ ਖੁਸ਼ੀਆਂ ਦਾ ਸੱਤਾ ਪੱਤਰ ਹੈ। ਯਾਨੀ ਕਿਸੇ ਨੂੰ ਕੋਈ ਅਹਿਸਾਸ ਨਾ ਕਰਵਾਉਣਾ, ਕਿਸੇ ਦੀ ਹੈਲਪ ਕਰਕੇ, ਕੋਈ ਗੱਲ ਸੁਣ ਕੇ ਅਣਸੁਣੀ ਕਰ ਦੇਣਾ, ਇਹ ਵੀ ਖੁਸ਼ੀਆਂ ਦਾ ਇੱਕ ਕਾਰਨ ਹੈ। ਬਹੁਤ ਵਾਰ ਦੇਖ ਕੇ ਅਣਦੇਖੀ ਕਰਨਾ, ਸੁਣ ਕੇ ਅਣਸੁਣੀ ਕਰਨਾ, ਅਹਿਸਾਨ ਕਰਕੇ ਭੁੱਲ ਜਾਣਾ, ਨੇਕੀ ਕਰਕੇ ਉਸ ਦੀ ਯਾਦ ਮਿਟਾ ਦੇਣਾ, ਅਧੀਨਗੀ ਅਤੇ ਨਿਮਰਤਾ ਅਪਣਾਉਣ ਖੁਸ਼ੀਆਂ ਦਾ ਸੱਦਾ ਪੱਤਰ ਦੇਣ ਦਾ ਤਰੀਕਾ ਹਨ। ਵੈਸੇ ਵੀ ਖੁਸ਼ੀ ਮਨ ਦੀ ਅਵਸਥਾ ਹੁੰਦੀ ਹੈ। ਕਿਸੇ ਚੀਜ਼ ਦਾ ਨਾਂ ਖੁਸ਼ੀ ਨਹੀਂ, ਅਜਿਹੀ ਅਵਸਥਾ ਪੈਦਾ ਕੀਤੀ ਜਾਂਦੀ। ਯਾਨੀ ਰਾਈਟਰ ਕਹਿ ਰਿਹਾ ਕੋਈ ਵੀ ਚੀਜ਼ ਨਹੀਂ ਹੈ ਜੋ ਖੁਸ਼ੀ ਹੁੰਦੀ ਹੈ, ਖੁਸ਼ੀ ਤੁਹਾਨੂੰ ਪੈਦਾ ਕਰਨੀ ਪੈਂਦੀ ਹੈ। ਕਿਸੇ ਚੀਜ਼ ਦਾ ਨਾਂ ਖੁਸ਼ੀ ਨਹੀਂ, ਅਜਿਹੀ ਅਵਸਥਾ ਪੈਦਾ ਕੀਤੀ ਜਾਂਦੀ ਹੈ, ਵਿਕਸਿਤ ਕੀਤੀ ਜਾਂਦੀ ਹੈ, ਜਨਮ ਤੋਂ ਹੀ ਮਨੁੱਖ ਨਹੀਂ ਮਿਲਦੀ। ਯਾਨੀ ਬਾਏ ਬਰਥ ਤੁਹਾਨੂੰ ਜਿਹੜਾ ਨਾ ਖੁਸ਼ੀ ਨਹੀਂ ਮਿਲਦੀ, ਤੁਹਾਨੂੰ ਉਸਨੂੰ ਡਿਵੈਲਪ ਕਰਨਾ ਪੜਦਾ, ਪ੍ਰੋਸੈਸ ਕਰਨਾ ਪੜਦਾ। ਅਤੇ ਇਹੀ ਹੈ ਸਾਡਾ ਚੈਪਟਰ, ਖੁਸ਼ੀਆਂ ਆਪੇ ਨਹੀਂ ਆਉਂਦੀਆਂ।